ਲਾਲੀ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ 19 ਜੂਨ 2017 ਨੂੰ ਸ਼ਹੀਦ ਲਾਲ ਇੰਦਰ ਲਾਲੀ ਦੀ 30ਵੀਂ ਸ਼ਹਾਦਤ ਦਿਹਾੜੇ 'ਤੇ ਕੀਤਾ ਗਿਆ ਸੀ। ਇਸ ਦੀ ਸਥਾਪਨਾ ਲਾਲਿੰਦਰ ਲਾਲੀ ਦੇ ਪਰਿਵਾਰ ਵੱਲੋਂ ਕਰਵਾਈ ਗਈ ਹੈ। ਆਓ ਤੁਹਾਨੂੰ ਮਿਲਵਾਉਂਦੇ ਹਾਂ ਲਾਲੀ ਯਾਦਗਾਰੀ ਲਾਇਬ੍ਰੇਰੀ ਦੇ ਮੁੱਖ ਪ੍ਰਬੰਧਕ ਕ੍ਰਿਸ਼ਨ ਪ੍ਰਤਾਪ ਦੇ ਨਾਲ, ਜੋ ਇੱਕ ਅਧਿਆਪਕ ਹੋਣ ਦੇ ਨਾਲ ਲੇਖਕ ਵੀ ਹਨ। ਇਹਨਾਂ ਦੇ 3 ਨਾਵਲ ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ, ਇੰਝ ਹੀ ਹੋਵੇਗਾ ਅਤੇ ਤਰੇੜਾ ਨਾਵਲ ਪ੍ਰਕਾਸ਼ਿਤ ਹੋ ਚੁੱਕੇ ਹਨ। ਅੱਜ ਆਪਾਂ ਇਹਨਾਂ ਅਤੇ ਲਾਲੀ ਯਾਦਗਾਰੀ ਲਾਇਬ੍ਰੇਰੀ ਮੋਗਾ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਅੱਜ ਆਪਾਂ ਪ੍ਰਸਿੱਧ ਪੰਜਾਬੀ ਸਾਹਿਤਕਾਰਾਂ ਜਿਨ੍ਹਾਂ 'ਚ ਗੁਰਮੀਤ ਕੜਿਆਲਵੀ ਜੀ, ਰਣਜੀਤ ਸਰਾਂਵਲੀ ਅਤੇ ਅਮਰ ਸੂਫੀ ਜੀ ਸ਼ਾਮਿਲ ਹਨ ਤੋਂ ਲਾਲੀ ਯਾਦਗਾਰੀ ਲਾਇਬ੍ਰੇਰੀ ਅਤੇ ਕ੍ਰਿਸ਼ਨ ਪ੍ਰਤਾਪ ਦੀਆਂ ਲਿਖਤਾਂ ਅਤੇ ਉਸ ਦੀ ਲਿਖਤ ਕਲਾ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ। मेरा नाम गुरमीत कड़ियालवी है। मैं नावलकार, कहानीकार, नाटककार ते कवितावां भी लिखियां, वार्तक दीयां 2 पुस्तकां भी लिखियां। कृष्ण प्रताप मेरा बहुत प्यारा मित्र है और ये मोगे का नहीं पंजाब का कि पूरे देश के जिथे भी पंजाबी वसदे आ, पंजाबी साहित्य के पाठकों का मान है। कृष्ण प्रताप ने हुण तक जिहड़े 3 नावल पंजाबी साहित्य में दिते हैं, उसका पहला नावल जिहड़ा हैगा कृष्ण प्रताप हाजिर हो, वो साडे पूरे सिस्टम नूं, वो सिस्टम पुलिस का भी है, वो सिस्टम जिहड़ा हैगा शासन प्रशासन का भी है, वो कचहरियां का भी है, ਉਹਦੇ ਵਿੱਚ ਕਿਵੇਂ ਇੱਕ ਆਮ ਬੰਦੇ ਨੂੰ ਸਾਡੇ ਦੇਸ਼ ਦੇ ਵਿੱਚ ਭੁਗਤਣਾ ਪੈਂਦਾ ਹੈ। ਜਿਹੜੇ ਬੰਦਾ ਗਰੀਬ ਹੈ ਜਾਂ ਜਿਹੜੇ ਬੰਦੇ ਦੀ ਕੋਈ ਪਹੁੰਚ ਨਹੀਂ ਹੈਗੀ, ਉਸ ਨੂੰ ਪੂਰੇ ਸਿਸਟਮ ਨੂੰ ਕ੍ਰਿਸ਼ਨ ਪ੍ਰਤਾਪ ਨੇ ਬਹੁਤ ਬਾਖੂਬੀ ਪੇਸ਼ ਕੀਤਾ ਹੈ। ਦੂਸਰਾ ਨਾਵਲ ਜਿਹੜਾ ਹੈਗਾ ਵਾ ਇੰਝ ਹੀ ਹੋਵੇਗਾ, ਉਹਦੇ ਵਿੱਚ ਕ੍ਰਿਸ਼ਨ ਪ੍ਰਤਾਪ ਨੇ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਹਾਲਾਤ ਜਿਹੜੇ ਆ ਉਹ ਲੈ ਕੇ किस तरह साढ़े जोड़े है हाकम है समय समय के जोड़े देश के सियासतदान है, उन्होंने सारे मसले को उलझाया कि किस तरह साड़ी नौजवानी का भी घाण होया, लखां लोगों का घाण होया वंड के वेले, तो उस तो बाद भी जोड़ा सिस्टम जोड़ा उन्हें किस तरह वक्-वक् लहरां दे विच साडे नौजवानी का, साडे आम लोगों का घाण किया। तीसरा नावल जोड़ा है त्रेड़ा, कृष्ण प्रताप ने ये भी बहुत एक वधिया विषय चुनिया कि आम तौर पर देखा जाता है कि साडे समाज दे विच औरत दे नाल बहुत ज़्यादा वधीकियां हुंदियां ते साडी हमदर्दी भी एक समाज का पीड़ित वर्ग होने के नाते औरत दे नाल हुंदी है। पर बहुत सारे थावां ते देखण विच भी आया है कि समाज दे विच औरतां वल्लों भी जिहड़ियां वधीकियां मर्द नाल कीतियां जांदियां जां उन्हां परिवारां नाल कीतियां जांदियां जिन्हां दे विच विआही हुंदी है, ते खास तौर पर दाज के कानून नूं लैके पिछले लंबे समय तो बहस भी चलती आ रही है कि इहदी जिहड़ी बड़ी वड्डी दुरवरतों हुई है। इस कानून के तहत जिहड़े बेगुनाहां नूं फसाया भी जाता है, उन्हां दे नाल वधीकियां भी हुंदियां, उन्हां तो बहुत सारे पुलिस जिहड़ी पैसे जिहड़ी खोआ खिच्ची करन दा भी एक कारण बनदा है। तो इस मसले नूं लैके कृष्ण प्रताप ने जिस तरह वो ताना बाना बुनिया है, किस तरह जिहड़ा एक नवां विषय है लिव इन रिलेशन का, वो जिहड़े है किस तरह वो परिवारां दे विच नवां पनप रिहा, अपने जिहड़ी एक परंपरा पैदा हो रही है जिहदे विचों चंगे रिश्ते भी सामने आ रहे हैं। ये एक नवा विषय लैके कृष्ण प्रताप ने नावल की जिहड़ी सिरजना की है।
ਮੈਨੂੰ ਇਸ ਗੱਲ ਦਾ ਬੜੀ ਜਿਹੜੀ ਸੰਤੁਸ਼ਟੀ ਹੈ ਕਿ ਕ੍ਰਿਸ਼ਨ ਪ੍ਰਤਾਪ ਨੇ ਬੜੇ ਥੋੜੇ ਸਮੇਂ ਦੇ ਵਿੱਚ ਹੀ ਪੰਜਾਬੀ ਨਾਵਲ ਦੇ ਵਿੱਚ ਆਪਣਾ ਇੱਕ ਅਹਿਮ ਸਥਾਨ ਬਣਾਇਆ। ਆਪਣਾ ਪਹਿਲਾ ਨਾਵਲ ਜਿਹੜਾ ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ, ਉਹ ਨਾਵਲ ਜਿਹੜਾ ਜਿੱਥੇ ਪੰਜਾਬੀ ਪਾਠਕਾਂ ਨੇ ਬਹੁਤ ਉਹਨੂੰ ਵੱਡਾ ਹੰਗਾਰਾ ਦਿੱਤਾ, ਉੱਥੇ ਵਿਦੇਸ਼ ਦੇ ਵਿੱਚ ਜਿਹੜੇ ਵੱਡੇ ਅਖਬਾਰ ਹੈਗੇ ਆ ਉਹਨਾਂ ਦੇ ਵਿੱਚ ਉਹ ਬੜਾ ਲੰਮਾ ਸਮਾਂ ਰੈਗੂਲਰ ਛਪਦਾ ਰਿਹਾ ਵਿਦੇਸ਼ਾਂ ਦੇ ਵਿੱਚ ਵੀ। ਪੰਜਾਬ ਦੇ ਪਾਠਕਾਂ ਨੇ ਤਾਂ ਪਿਆਰ ਦਿੱਤਾ ਹੀ ਦਿੱਤਾ ਹੈ, ਤੇ ਉਸ ਤੋਂ ਇਲਾਵਾ ਜਿਹੜਾ ਇਉਂ ਵੀ ਹੁੰਦਾ ਇਹਨੂੰ ਵੀ ਬਹੁਤ ਜ਼ਿਆਦਾ ਮਤਲਬ ਪਾਠਕਾਂ ਨੇ ਸਰਾਹਿਆ। ਤੇ ਹੁਣ ਜਿਹੜਾ ਮੌਜੂਦਾ ਨਾਵਲ ਹੈਗਾ ਤਰੇੜਾਂ, ਉਹ ਸਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਰੇੜਾਂ ਹੈਗੀਆਂ ਤੇ ਕਿਸ ਤਰ੍ਹਾਂ ਪਰਿਵਾਰਕ ਲਾਈਫ ਦੀਆਂ ਉਹਨਾਂ ਤਰੇੜਾਂ ਨੂੰ ਭਰਿਆ ਜਾ ਸਕਦਾ ਹੈ। ਇਹ ਨਾਵਲ ਜਿਹੜਾ ਵਾ ਸਾਡੇ ਪਰਿਵਾਰਾਂ ਨੂੰ ਸੇਧ ਦੇਣ ਵਾਲਾ, ਸਾਡੀ ਸੁਸਾਇਟੀ ਨੂੰ ਸੇਧ ਦੇਣ ਵਾਲਾ ਬਹੁਤ ਕੁਝ। ਇਹ ਨਾਵਲ ਪੜ੍ਹ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਾਪਰਨ ਵਾਲੀਆਂ ਅਣਸਖਾਵਾਂ ਘਟਨਾਵਾਂ ਨੂੰ ਰੋਕ ਸਕਦੇ ਹਾਂ। ਇਹ ਤਿੰਨੇ ਨਾਵਲ ਪੰਜਾਬੀ ਮਾਂ ਬੋਲੀ ਨੂੰ ਬਹੁਤ ਅਹਿਮ ਦੇਣ ਹੈ ਕ੍ਰਿਸ਼ਨ ਪ੍ਰਤਾਪ ਦੀ, ਔਰ ਮੈਨੂੰ ਇਸ ਗੱਲ ਦਾ ਪੂਰਨ ਭਰੋਸਾ ਹੈ ਕਿ ਕ੍ਰਿਸ਼ਨ ਪ੍ਰਤਾਪ ਕੇਵਲ ਇੱਥੇ ਖੜੇਗਾ ਨਹੀਂ। ਕ੍ਰਿਸ਼ਨ ਪ੍ਰਤਾਪ ਨੇ ਅਜੇ ਬਹੁਤ ਲੰਮਾ ਸਮਾਂ ਚੱਲਣਾ ਸਾਹਿਤ ਦੇ ਵਿੱਚ। ਉਹਨੇ ਹੋਰ ਸਾਨੂੰ ਬਹੁਤ ਸਾਰੀਆਂ ਵੱਡੇ ਜਿਹੜੇ ਆ ਨਾਵਲ ਵੀ ਦੇਣੇ ਆ, ਸਾਹਿਤ ਦੀਆਂ ਹੋਰ ਵੰਨਗੀਆਂ ਦੇ ਵਿੱਚ ਵੀ ਪ੍ਰਾਪਤੀਆਂ ਉਹਨੇ ਕਰਨੀਆਂ। ਔਰ ਇੱਕ ਸਾਹਿਤਕ ਕਾਮੇ ਦੇ ਤੌਰ ਤੇ ਪਿਛਲੇ ਲੰਮੇ ਸਮੇਂ ਤੋਂ ਮੋਗੇ ਦੇ ਵਿੱਚ ਸਰਗਰਮੀ ਹੈ। ਮੋਗੇ ਦੀਆਂ ਸਹਿ ਸਭਾਵਾਂ ਦੇ ਵਿੱਚ ਵੀ ਤੇ ਮੋਗੇ ਦੀ ਲੋਕ ਸਾਹਿਤ ਅਕਾਡਮੀ ਦੇ ਵਿੱਚ ਵੀ ਉਹਦਾ ਦੇਣ ਜਿਹੜੀ ਅੱਛੀ ਹੈ। ਕ੍ਰਿਸ਼ਨ ਪ੍ਰਤਾਪ ਨੇ ਲਾਇਬ੍ਰੇਰੀ ਜਿਹੜੀ ਇਹ ਇਸ ਤਰ੍ਹਾਂ ਪਰਿਵਾਰ ਦੀ ਸਹਿਮਤੀ ਦੇ ਨਾਲ ਚਲਾਈ ਹੋਈ ਆ, ਲਾਲੀ ਯਾਦਗਾਰੀ ਲਾਇਬ੍ਰੇਰੀ, ਉਹ ਵੀ ਬਹੁਤ ਸ਼ਲਾਘਾਯੋਗ ਜਿਹੜਾ ਉਪਰਾਲਾ ਹੈਗਾ। ਤਾਂ ਸਕੂਲਾਂ ਦੇ ਵਿੱਚ ਵੀ ਆਪਣੇ ਯਤਨਾਂ ਦੇ ਨਾਲ ਇਹ ਬੱਚਿਆਂ ਨੂੰ ਪ੍ਰੇਰਿਤ ਰਹਿੰਦਾ। ਮੈਂ ਆਪਣੇ ਇਸ ਜਿਹੜਾ ਦੋਸਤ ਲਈ ਸ਼ੁਭ ਸ਼ਾਮਾਂ ਭੇਟ ਕਰਦਾ ਤੇ ਆਸ ਕਰਦਾ ਹਾਂ ਕਿ ਕ੍ਰਿਸ਼ਨ ਪ੍ਰਤਾਪ ਜਿਹੜਾ ਪੰਜਾਬੀ ਸਾਹਿਤ ਦੇ ਵਿੱਚ ਹੋਰ ਅੱਗੇ ਜਾਵੇਗਾ। ਮੈਂ ਰਣਜੀਤ ਸਰਾਵਾਲੀ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਗਜ਼ਲ ਦਾ ਕੰਮ, ਗਜ਼ਲ ਦਾ ਸਿਖਿਆਰਥੀ, ਥੋੜ੍ਹਾ ਬਹੁਤਾ ਜਿੰਨਾ ਕੰਮ ਕਰ ਸਕੇ ਕਰ ਰਹੇ ਹਾਂ, ਗਜ਼ਲ ਦੇ ਵਿੱਚ ਅੱਗੇ ਵੀ ਕਰ ਰਹੇ ਹਾਂ। ਔਰ ਮੋਗੇ ਨਾਲ ਜੁੜੇ ਹੋਏ ਵੱਡੇ ਲੇਖਕਾਂ ਜਿਨ੍ਹਾਂ ਦੇ ਅਧੀਨ, ਜਿਨ੍ਹਾਂ ਦੇ ਤਹਿਤ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਲੋਕ ਸਾਹਿਤ ਅਕੈਡਮੀ ਮੋਗਾ ਚੱਲ ਰਹੀ ਆ, ਮੈਂ ਵੀ ਉਹਦੇ ਨਾਲ ਜੁੜਿਆ ਹੋਇਆ, ਜਿਹਨੂੰ ਮੈਂ ਆਪਣਾ ਧੰਨ ਭਾਗ ਸਮਝਦਾ। ਕ੍ਰਿਸ਼ਨ ਪ੍ਰਤਾਪ ਹੋਰਾਂ ਨਾਲ ਮੇਰੀ ਦੋਸਤੀ ਕੋਈ 10-12 ਵਰ੍ਹੇ ਪੁਰਾਣੀ ਹੈ ਜੀ। ਔਰ ਜਿਨ੍ਹਾਂ ਦਿਨਾਂ 'ਚ ਉਹਨਾਂ ਨੇ ਆਪਣਾ ਪਹਿਲਾ ਨਾਵਲ ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ ਲਿਖਣਾ ਸ਼ੁਰੂ ਕੀਤਾ, ਰਚਨਾ ਸ਼ੁਰੂ ਕੀਤਾ, ਉਹਨਾਂ ਦਿਨਾਂ 'ਚ ਸਾਡੀਆਂ ਇਕੱਠਿਆਂ ਦੀਆਂ ਬੈਠਕਾਂ ਹੁੰਦੀਆਂ, ਸਾਡੀ ਵਿਚਾਰ ਚਰਚਾ ਹੁੰਦੀ। ਔਰ ਉਹਦੇ ਵਿੱਚ ਜਿੰਨਾ ਕੁਝ ਉਹਨਾਂ ਨੇ ਸਮੋਇਆ ਹੋਇਆ, ਮੇਰਾ ਖਿਆਲ ਸਮੁੱਚੀ ਭਾਰਤੀ ਨਿਆਂਪਾਲਿਕਾ ਦੀ ਜਿਹੜੀ ਸੁਸਤੀ ਦੀ ਪ੍ਰਕਿਰਿਆ ਉੱਤੇ ਬਹੁਤ ਪਿਆਰ ਨਾਲ ਔਰ ਬਹੁਤ ਚੁਸਤੀ ਨਾਲ, ਬਹੁਤ ਚਲਾਕੀ ਨਾਲ, ਬਹੁਤ ਗਿਆਨ ਨਾਲ ਉਂਗਲ ਰੱਖੀ ਹੋਈ ਹੈ। ਦੂਸਰੀ ਗੱਲ ਉਹਦੇ ਵਿੱਚ ਹੈ ਕਿ ਕਿਸ ਤਰ੍ਹਾਂ ਜਿਹੜੇ ਅਮੀਰ ਲੋਕ ਨੇ, ਜਿਨ੍ਹਾਂ ਦੀ ਗੱਲ ਸਿੱਧੀ ਰਸਾਈ, ਸਿੱਧੀ ਕਿਤੇ ਸਰਕਾਰੀ ਦਰਬਾਰੇ ਹੁੰਦੀ ਹੈ, ਔਰ ਉਹ ਜਿਹੜੀ ਮਾੜੀ ਧਿਰ ਹੈ, ਗਰੀਬ ਧਿਰ, ਉਹਨੂੰ ਕਿਵੇਂ ਲੁੱਟਦੇ ਨੇ, ਉਸ ਨਾਵਲ ਦੇ ਵਿੱਚ ਬਾਖੂਬੀ ਦਰਜ ਹੈ। ਉਸ ਨਾਵਲ ਤੋਂ ਲੈ ਕੇ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਸਾਹਿਤ ਸਿਰਜਣਾ ਦਾ ਜਿਹੜਾ ਆਧਾਰ ਹੈ ਉਹ ਇੱਕ ਨਿੱਜ ਦਾ ਦੁੱਖ ਹੁੰਦਾ, ਆਪਣੇ ਦੁੱਖ ਤੋਂ ਹੀ ਬੰਦਾ ਸ਼ੁਰੂ ਹੁੰਦਾ। ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਚੁਗਾਵਾਂ ਤੋਂ ਜੰਮ ਕੇ ਅੱਜ ਕੱਲ੍ਹ ਮੋਗੇ 'ਚ ਬੈਠ ਕੇ ਜਿਹੜਾ ਉਹਨਾਂ ਦਾ ਪਿਛਲਾ ਨਾਵਲ ਛਪਿਆ, ਆਖਰੀ ਨਾਵਲ ਛਪਿਆ ਤਰੇੜਾਂ, ਉਹ ਮਹਾਨਗਰ ਦੇ ਵਿੱਚ ਖਾਸ ਤੌਰ ਤੇ ਜਿਹੜੇ ਲਿਵਿੰਗ ਰਿਲੇਸ਼ਨਸ਼ਿਪ ਦੇ ਰਿਸ਼ਤੇ ਨੇ, ਮਹਾਨਗਰ ਦੇ ਜਿਹੜੇ ਰਿਸ਼ਤੇ ਨੇ, ਔਰ ਕ੍ਰਿਸ਼ਨ ਪ੍ਰਤਾਪ ਹੋਰਾਂ ਦੀ ਦੂਰਅੰਦੇਸ਼ੀ ਹੈ, ਇਹ ਉਹਨਾਂ ਦਾ ਵੱਡਾ ਨਜ਼ਰੀਆ, ਵਿਸ਼ਾਲ ਨਜ਼ਰੀਆ ਹੈ ਕਿ ਉਹ ਮੋਗੇ ਬੈਠ ਕੇ ਸਧਾਰਨ ਸ਼ਹਿਰਾਂ ਦੇ ਵਿੱਚ ਆਮ ਪਿੰਡ 'ਚੋਂ ਜੰਮ ਕੇ ਔਰ ਮਹਾਨਗਰ ਦੇ ਰਿਸ਼ਤਿਆਂ ਬਾਰੇ ਦੇਖ ਰਹੇ ਨੇ, ਔਰ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਰੇੜਾਂ ਆ ਰਹੀਆਂ ਨੇ। ਇਸ ਨਾਵਲ ਦੀ ਜਿਹੜੀ ਖੂਬੀ ਇਹ ਹੈ, ਮੈਂ ਸਮਝਦਾ ਕਿ ਆਮ ਤੌਰ ਤੇ ਭਾਰਤੀ ਜਾਂ ਪੰਜਾਬੀ ਸਮਾਜ ਦੇ ਵਿੱਚ ਇਹ ਸਮਝਿਆ ਜਾਂਦਾ ਕਿ ਜ਼ਿਆਦਾ ਜਿਹੜੇ ਵਿਆਹ ਤੋਂ ਬਾਅਦ ਤਲਾਕ ਤੱਕ ਜਿਹੜਾ ਪਹੁੰਚਦਾ ਹੈਗਾ ਮਸਲਾ, ਉਹਦੇ ਵਿੱਚ ਜ਼ਿਆਦਾਤਰ ਮਰਦ ਧਿਰ ਨੂੰ, ਮਰਦ ਪਰਿਵਾਰ ਨੂੰ ਦੋਸ਼ੀ ਸਮਝਿਆ ਜਾਂਦਾ, ਚਾਹੇ ਉਹ ਦਾਜ ਦੀ ਆੜ ਦੇ ਵਿੱਚ, ਚਾਹੇ ਕਿਸੇ ਹੋਰ ਕਾਰਨਾਂ ਕਰਕੇ। ਔਰ ਉਹਨਾਂ ਨੇ ਇਹ ਨਿਵੇਕਲਾ ਪੱਖ ਛੁਹਿਆ ਕਿ ਜ਼ਰੂਰੀ ਨਹੀਂ ਹੈ ਕਿ ਇੱਕ ਹੀ ਧਿਰ ਜਿਹੜੀ ਆ ਉਹ ਜਿਹੜਾ ਇੱਕ ਧਾਰਨਾ ਪੱਕੀ ਹੋਈ ਹੈ ਕਿ ਉਹੀ ਧਿਰ ਦੋਸ਼ੀ ਹੋਵੇ। ਇਹ ਉਹਨਾਂ ਦਾ ਨਿਵੇਕਲਾ ਤੇ ਨਵਾਂ ਕੰਮ ਹੈ। ਔਰ ਮੈਨੂੰ ਮਹਿਸੂਸ ਹੋ ਰਿਹਾ ਕਿ ਇਹ ਕੋਈ ਅਜੇ ਖੜੋਤ ਨਹੀਂ ਹੈ ਜਾਂ ਇਹ ਕੋਈ ਮੰਜ਼ਿਲ ਨਹੀਂ ਹੈ ਕ੍ਰਿਸ਼ਨ ਪ੍ਰਤਾਪ ਹੋਰਾਂ ਦੀ। ਕ੍ਰਿਸ਼ਨ ਪ੍ਰਤਾਪ ਹੋਰਾਂ ਨੇ ਅਜੇ ਹੋਰ ਅੱਗੇ ਜਾਣਾ। ਉਹਨਾਂ ਨੂੰ ਮੈਨੂੰ ਲੱਗਦਾ ਕਿ ਜਿਹੜੀ ਮੈਨੂੰ ਲੱਗਦਾ ਹੁੰਦਾ, ਜੇ ਮੈਂ ਉਹਨਾਂ ਨੂੰ ਸਮਝਦਾ, ਮਹਿਸੂਸ ਕਰਦਾ ਕਿ ਉਹ ਕਹਾਣੀਆਂ, ਉਹ ਕਵਿਤਾ ਦੇ ਬਹੁਤ ਨੇੜੇ ਆ। ਉਹ ਟੀਚਰ ਹੋਣ ਦੇ ਨਾਤੇ, ਅਧਿਆਪਕ ਹੋਣ ਦੇ ਨਾਤੇ ਜਿਹੜੇ ਟੀਚਰਸ ਫਰੰਟ 'ਤੇ ਕੰਮ ਕਰ ਰਹੇ ਲੋਕ ਨੇ, ਉਹਨਾਂ ਵਿੱਚ ਵੀ ਸ਼ਾਮਿਲ ਨੇ। ਔਰ ਮੈਂ
ਆਪਣੇ ਆਪ ਨੂੰ ਧੰਨ ਭਾਗਾ ਸਮਝਦਾ, ਵਡਭਾਗਾ ਸਮਝਦਾ ਕਿ ਕ੍ਰਿਸ਼ਨ ਪ੍ਰਤਾਪਪੁਰੀ ਮੇਰੇ ਉਹਨਾਂ ਦੋਸਤਾਂ 'ਚੋਂ ਨੇ, ਉਹਨਾਂ ਚੰਗੇ ਸਾਹਿਤਕ ਦੋਸਤਾਂ 'ਚੋਂ ਨੇ ਜਿਹੜੇ ਬਹੁਤ ਘੱਟ ਹੁੰਦੇ ਨੇ। ਔਰ ਮੈਂ ਉਹਨਾਂ ਨੂੰ ਉਹਨਾਂ ਦੇ ਇਸ ਕੀਤੇ ਹੋਏ ਕੰਮ ਤੇ ਬਹੁਤ ਜ਼ਿਆਦਾ ਵਧਾਈ ਦਿੰਦਾ ਔਰ ਅਗਾਂਹ ਉਹਨਾਂ ਦੀ ਹੋਰ ਤਰੱਕੀ ਲਈ ਅਰਦਾਸ ਕਰਦਾ। ਮਿਹਰਬਾਨੀ। ਮੈਂ ਅਮਰ ਸੂਫੀ ਸੇਵਾ ਮੁਕਤ ਭਾਸ਼ਾ ਅਧਿਆਪਕ ਪੰਜਾਬੀ ਸਾਹਿਤ ਨਾਲ ਵਾਬਸਤਾ ਹਾਂ। ਗਜ਼ਲ ਲਿਖਦਾ ਹਾਂ, ਵਾਰਤਕ ਵੀ ਲਿਖ ਲੈਂਦਾ ਹਾਂ। ਕ੍ਰਿਸ਼ਨ ਪ੍ਰਤਾਪ ਬਾਰੇ ਬੋਲਣਾ ਬਹੁਤਾ ਮੁਸ਼ਕਲ ਨਹੀਂ ਲੱਗਦਾ। ਕਿਉਂਕਿ ਕ੍ਰਿਸ਼ਨ ਮੇਰਾ ਅਜ਼ੀਜ਼ ਹੈ। ਕਿੱਤੇ ਵਜੋਂ ਅਧਿਆਪਕ ਥੋੜ੍ਹੇ ਸਮੇਂ 'ਚ ਸਥਾਪਿਤ ਹੋਇਆ ਕਲਮਕਾਰ ਹੈ। ਇਹਨੇ ਛੋਟੇ ਛੋਟੇ ਆਰਟੀਕਲ ਲਿਖਣੇ ਸ਼ੁਰੂ ਕੀਤੇ ਤੇ ਉੱਥੋਂ ਕੁਝ ਕਹਾਣੀਆਂ ਲਿਖ ਕੇ ਜਿਨ੍ਹਾਂ ਦੀ ਕਿਤਾਬ ਅਜੇ ਛਪਾਈ ਅਧੀਨ ਆ, ਤਿਆਰੀ ਅਧੀਨ ਆ, ਇਹ ਸਿੱਧਾ ਨਾਵਲ ਵੱਲੇ ਆ ਗਿਆ। ਮੇਰੀ ਖੁਸ਼ੀ 'ਚ ਸ਼ਾਮਲ ਆ ਕਿ ਇਹਦੇ 3 ਨਾਵਲਾਂ ਦਾ ਮੈਂ ਅੱਖਰ ਅੱਖਰ ਦਾ ਪਾਠਕ ਹਾਂ। ਇਹਦਾ ਪਹਿਲਾ ਨਾਵਲ ਹੈ ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ। ਅਸਲ ਵਿੱਚ ਇਹ ਨਾਵਲ ਇਹਦੇ ਕਿਸੇ ਨਿੱਜੀ ਝਮੇਲੇ ਤੋਂ ਸ਼ੁਰੂ ਹੋਇਆ ਸੀ, ਪਰੰਤੂ ਉਹਦੇ ਉੱਤੇ ਇੰਨੀ ਮਿਹਨਤ ਕੀਤੀ ਗਈ ਕਿ ਉਹ ਨਿੱਜੀ ਝਮੇਲਾ ਨਾ ਰਹਿ ਕੇ ਬਹੁਤ ਵੱਡੇ ਪਸਾਰ ਵਾਲਾ ਨਾਵਲ ਬਣ ਗਿਆ। ਉਹਦੇ ਵਿੱਚ ਜਿਹੜਾ ਸਾਡਾ ਤੰਤਰ ਹੈ ਉਹਦੀ ਵਿਆਖਿਆ ਇਸ ਤਰੀਕੇ ਨਾਲ ਕੀਤੀ ਗਈ ਆ ਕਿ ਰੂਹ ਕੰਬ ਜਾਂਦੀ ਆ ਕਿ ਸਾਡੀਆਂ ਅਦਾਲਤਾਂ, ਪੁਲਿਸ ਮਹਿਕਮਾ, ਵਕੀਲ ਤੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਸੈਮੀ ਸਰਮਾਏਦਾਰ ਜਾਂ ਸਰਮਾਏਦਾਰ ਲੋਕ, ਜਿਹੜੇ ਦੂਜਿਆਂ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਦੇ ਇੱਛੁਕ ਹੁੰਦੇ ਆ, ਉਹ ਕਿਵੇਂ ਰਲ ਮਿਲ ਕੇ ਚੱਲਦੇ ਆ ਤੇ ਸਧਾਰਨ ਆਦਮੀ ਨੂੰ ਕਿਵੇਂ ਦਬਾਉਣ ਦਾ ਚਾਰਾ ਕਰਦੇ ਆ। ਉਹਦੇ 'ਚ ਬੜੇ ਮਾਕੂਲ ਹੱਲ ਦਿੱਤੇ ਹਨ। ਇਸੇ ਤਰ੍ਹਾਂ ਹੀ ਦੂਜਾ ਨਾਵਲ ਹੈ ਇੰਜ ਹੀ ਹੋਵੇਗਾ। ਇਹ ਪਾਕਿਸਤਾਨ ਤੋਂ ਸ਼ੁਰੂ ਹੋ ਕੇ ਅੱਜ ਤੱਕ ਦੇ ਸੰਘਰਸ਼ ਦੀ ਇੱਕ ਲੰਬੀ ਗਾਥਾ ਹੈ। ਇਸ ਵਿੱਚ ਇੱਕ ਇਸ ਤਰ੍ਹਾਂ ਦਾ ਵਿਖਿਆਨ ਕੀਤਾ ਗਿਆ ਹੈ ਜਿਹਦੇ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਜਿਹੜਾ ਕਿਸਾਨ ਸੰਘਰਸ਼, ਕਿਸਾਨੀ ਅੰਦੋਲਨ ਅੱਜ ਚੱਲ ਰਿਹਾ, ਉਹਦੇ ਬਾਰੇ ਪ੍ਰੈਡਿਕਸ਼ਨ ਕੀਤੀ ਹੋਈ ਹੈ ਕਿ ਇਹ ਇੰਜ ਹੋਵੇਗਾ, ਹਾਲਾਤ ਇਸ ਤਰ੍ਹਾਂ ਦੇ ਬਣਦੇ ਜਾਂਦੇ ਆ। ਤੀਸਰਾ ਨਾਵਲ ਹੈ ਤਰੇੜਾ। ਇਹਦਾ ਸੱਜਰਾ ਨਾਵਲ ਆ। ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਾਂ ਕਿ ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ ਕ੍ਰਿਸ਼ਨ ਦਾ ਪਹਿਲਾ ਨਾਵਲ ਸੀ ਤੇ ਪਹਿਲੇ ਨਾਵਲ ਨੇ ਹੀ ਇਸ ਨੂੰ ਬਹੁਤ ਵੱਡੀ ਸਥਾਪਤੀ ਦਿੱਤੀ। ਅਮਰੀਕਾ ਦੇ ਇੱਕ ਨਾਮੀ ਅਖਬਾਰ ਨੇ ਇਸ ਨੂੰ ਲੜੀਵਾਰ ਛਾਪਿਆ ਤੇ ਕਿਸੇ ਵੈਬ ਟੀਵੀ ਨੇ ਇਹਨੂੰ ਆਡੀਓ ਰਿਕਾਰਡਿੰਗ ਦੇ ਰੂਪ ਵਿੱਚ ਪੂਰੇ ਨੂੰ ਛਾਇਆ ਕੀਤਾ। ਛੋਟੀ ਉਮਰੇ ਏਡੀ ਵੱਡੀ ਪ੍ਰਾਪਤੀ ਕਰਨੀ ਬਹੁਤ ਮੁਸ਼ਕਲ ਕੰਮ ਹੈ, ਪਰੰਤੂ ਕ੍ਰਿਸ਼ਨ ਨੇ ਕਰ ਵਿਖਾਇਆ ਹੈ। ਤੀਸਰਾ ਨਾਵਲ ਹੈ ਤਰੇੜਾ। ਤਰੇੜਾ ਇੱਕ ਇਸ ਤਰ੍ਹਾਂ ਦੀ ਸਮੱਸਿਆ ਵਾਲਾ ਨਾਵਲ ਹੈ ਜਿਹਦੇ ਵਿੱਚ ਸਾਡਾ ਸਮਾਜਿਕ ਢਾਂਚੇ ਦੇ ਵਿੱਚ ਔਰਤ ਨੂੰ ਵੱਧ ਅਧਿਕਾਰ ਮਿਲੇ ਹੋਏ ਆ। ਉਹ ਕਈ ਕਾਰਨਾਂ ਕਰਕੇ ਆਦਮੀ ਨੂੰ ਤੰਗ ਕਰਦੀਆਂ, ਜਦੋਂ ਤਾਂ ਸਿਰਫ ਇੱਕ ਦੋਸ਼ ਲਾਇਆ ਜਾਂਦਾ ਕਿ ਦਾਜ ਮੰਗਦੇ ਆ। ਬੇਸ਼ੱਕ ਪੁੱਤ ਵਾਲਾ ਪੱਖ ਕਿੰਨਾ ਵੀ ਸੱਚਾ ਸੁੱਚਾ ਹੋਵੇ, ਫਿਰ ਵੀ ਉਸ ਨੂੰ ਅਦਾਲਤਾਂ ਦੇ ਗੇੜੇ ਕੱਢਣੇ ਪੈਂਦੇ ਆ, ਉਹਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਇਹਦੇ ਵਿੱਚ ਇੱਕ ਨਵੀਂ ਸਾਡੇ ਕੋਲ ਇੱਕ ਵਿਧੀ ਆਈ ਹੈ ਜਿਹੜੀ ਪ੍ਰਵਾਨਿਤ ਹੈ ਸੁਪਰੀਮ ਕੋਰਟ ਵੱਲੋਂ ਵੀ, ਲਿਵ ਇਨ ਰਿਲੇਸ਼ਨ ਸਿਸਟਮ। ਜਦੋਂ ਕਿਸੇ ਆਦਮੀ ਤੇ ਔਰਤ ਦਾ ਆਪਸ ਵਿੱਚ ਝਗੜਾ ਪੈਦਾ ਹੋ ਜਾਂਦਾ, ਵੱਖਰੇ ਹੋ ਜਾਂਦੇ ਆ, ਤਲਾਕ ਵਾਸਤੇ ਕੇਸ ਚੱਲਦਾ, ਤਾਂ ਉਹ ਜਿਹੜਾ ਆਦਮੀ ਹੈ ਉਹਦੀ ਵੀ ਲੋੜ ਹੈ ਆਪਣਾ ਘਰ ਵਸਾਉਣ ਦੀ, ਉਹਨੂੰ ਔਰਤ ਦਾ ਸਾਥ ਚਾਹੀਦਾ। ਉਹ ਫਿਰ ਦੂਸਰੀ ਔਰਤ ਨੂੰ ਘਰੇ ਲਿਆ ਕੇ ਵਸਾ ਲੈਂਦਾ, ਪਰੰਤੂ ਪ੍ਰਵਾਨਿਤ ਨਹੀਂ ਹੁੰਦਾ ਰਿਸ਼ਤਾ, ਪਰੰਤੂ ਸਮਾਜ ਵੱਲੋਂ ਵਿੱਚ ਉਹ ਵਧੀਆ ਵਿਚਰਦੇ ਹੈਗੇ ਆ। ਮੈਂ
ਕ੍ਰਿਸ਼ਨ ਬਾਰੇ ਇੱਕੋ ਹੀ ਗੱਲ ਕਹਾਂਗਾ ਕਿ ਛੋਟੀ ਉਮਰ ਵੱਡਾ ਕੰਮ ਕੀਤਾ। ਮੇਰਾ ਅਜ਼ੀਜ਼ ਕ੍ਰਿਸ਼ਨ ਮੋਗੇ ਦਾ ਮਾਣ ਹੈ। ਸਾਨੂੰ ਇਹਦੇ ਉੱਤੇ ਬਹੁਤ ਵੱਡੀ ਉਮੀਦ ਹੈ ਕਿ ਜਿੰਨੀ ਕਾਹਲੀ ਨਾਲ ਨਹੀਂ, ਜਿੰਨੀ ਮੁਸਤੈਦੀ ਨਾਲ ਇਹ ਕੰਮ ਕਰ ਰਿਹਾ, ਕਿਸੇ ਦਿਨ ਨੂੰ ਇਹਦਾ ਨਾਮ ਬਹੁਤ ਉੱਚਾ ਹੋਵੇਗਾ ਤੇ ਸਥਾਪਿਤ ਨਾਵਲਕਾਰਾਂ ਦੀ ਕਤਾਰ ਵਿੱਚ ਤਾਂ ਗਿਣਿਆ ਹੀ ਜਾਂਦਾ ਹੈ। ਇਹ ਇਨਾਮੀ ਨਾਵਲਕਾਰਾਂ ਦੀ ਕਤਾਰ ਵਿੱਚ ਵੀ ਸ਼ਾਮਲ ਹੋਵੇਗਾ। ਮੈਂ ਇਹਨਾਂ ਸ਼ਬਦਾਂ ਨਾਲ ਦੁਆ ਕਰਦਾ ਹਾਂ ਕਿ ਮੇਰਾ ਅਜ਼ੀਜ਼ ਕ੍ਰਿਸ਼ਨ ਸਥਾਪਤੀ ਵਾਲੇ ਪਾਸੇ ਨੂੰ ਭਰਮੀਆਂ ਲੰਮੀਆਂ ਪਲਾਂਘਾਂ ਪੁੱਟੇ। ਧੰਨਵਾਦ, ਸ਼ੁਕਰੀਆ। ਮੈਂ ਕ੍ਰਿਸ਼ਨ ਪ੍ਰਤਾਪ ਇੱਕ ਛੋਟਾ ਜਿਹਾ ਲੇਖਕ ਹਾਂ ਪੰਜਾਬੀ ਦਾ, ਕਿਉਂਕਿ ਮੈਂ ਪਿਛਲੇ 10 ਸਾਲਾਂ ਤੋਂ ਲੱਗਾ ਹੋਇਆ ਇਸ ਫੀਲਡ ਦੇ ਵਿੱਚ। ਮੈਂ ਆਪਣੇ ਆਰਟੀਕਲਾਂ ਤੋਂ ਕੰਮ ਸ਼ੁਰੂ ਕੀਤਾ ਸੀਗਾ। ਵੈਸੇ ਤਾਂ ਛੋਟਾ ਹੁੰਦਾ ਲਿਖਦਾ ਹੁੰਦਾ ਸੀ, ਪਰ ਉਹ ਲਿਖਤਾਂ ਕਾਪੀਆਂ 'ਚ ਹੀ ਰਹਿ ਗਈਆਂ। ਉਹ ਭਲਾ ਹਾਲਾਂਕਿ ਮੇਰੀਆਂ ਸਾਂਭੀਆਂ ਪਈਆਂ, ਪਰ ਉਹ ਲਿਖਤਾਂ ਆਪਾਂ ਕਹਿ ਲਓ ਬੀਜ ਰੂਪ ਸੀਗਾ। ਉਹ ਹੌਲੀ ਹੌਲੀ ਆਰਟੀਕਲਾਂ ਦੇ ਰੂਪ ਵਿੱਚ ਸਾਹਮਣੇ ਆਇਆ। ਕਹਾਣੀਆਂ ਮੈਂ ਕਾਫੀ ਲਿਖੀਆਂ, ਪਰ ਉਹਨਾਂ ਨੂੰ ਛੁਪਵਾ ਨਹੀਂ ਸਕਿਆ। ਪਰ ਆਰਟੀਕਲਾਂ ਨੇ ਮੈਨੂੰ ਬਹੁਤ ਇੱਕ ਪਹਿਚਾਣ ਦਿੱਤੀ। ਲਗਭਗ 8 ਸਾਲ ਮੈਂ ਆਰਟੀਕਲ ਲਗਾਤਾਰ ਲਿਖਦਾ ਰਿਹਾ, ਵੱਖ-ਵੱਖ ਅਖਬਾਰਾਂ ਰਸਾਲਿਆਂ ਦੇ ਵਿੱਚ, ਤੇ ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ। ਕਿਉਂਕਿ ਬੜੇ ਵੱਡੇ ਰਾਈਟਰਾਂ ਦੇ, ਸੰਪਾਦਕਾਂ ਦੇ ਜਦੋਂ ਫੋਨ ਆਉਣ ਲੱਗੇ ਤਾਂ ਉਤਸ਼ਾਹ ਤਾਂ ਵਧਣਾ ਜ਼ਰੂਰੀ ਹੁੰਦਾ। ਤੇ ਉਹਦੇ ਨਾਲ ਮੈਨੂੰ ਵੀ ਲੱਗਿਆ ਵੀ ਮੈਨੂੰ ਹੋਰ ਅੱਗੇ ਲਿਖਣਾ ਚਾਹੀਦਾ। ਮੈਂ ਕਾਫੀ ਇਸ ਫੀਲਡ ਦੇ ਵਿੱਚ ਅੱਗੇ ਵੱਧ ਗਿਆ। ਤੇ ਕੁਦਰਤ ਵੀ ਹੁੰਦੀ ਆ ਕੋਈ ਚੀਜ਼। ਕਈ ਵਾਰੀ ਕੀ ਹੁੰਦਾ ਵੀ ਤੁਸੀਂ ਅੱਗੇ ਵੱਧ ਰਹੇ ਹੋ, ਪਰ ਲੋਕੀ ਤੁਹਾਨੂੰ ਪਿੱਛੇ ਖਿੱਚਣ ਲੱਗ ਪੈਂਦੇ ਆ। ਮੇਰੀ ਨਿੱਜੀ ਜ਼ਿੰਦਗੀ ਦੇ ਵਿੱਚ ਇੱਕ ਝਗੜਾ ਸਟਾਰਟ ਹੋ ਗਿਆ, ਜਿਸ 'ਚ ਮੇਰਾ ਕੋਈ ਕਸੂਰ ਨਹੀਂ ਸੀ। ਕੱਲ੍ਹ ਉਹ ਹਾਲਾਤ ਦਾ ਸ਼ਿਕਾਰ ਬਣ ਗਿਆ, ਤੇ ਉਹਦੇ ਵਿੱਚ ਉਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ 1.5-2 ਸਾਲ ਮੈਂ ਥਾਣਿਆਂ ਕਚਹਿਰੀਆਂ ਦੇ ਵਿੱਚ ਤੁਰਦਾ ਫਿਰਦਾ ਰਿਹਾ, ਧੱਕੇ ਖਾਂਦਾ ਰਿਹਾ। ਕਦੇ ਕਿਸੇ ਦੀਆਂ ਮਿੰਨਤਾਂ ਕੱਢਦਾ ਸੀ, ਕਦੇ ਕਿਸੇ ਦੀਆਂ। ਇਹ ਇੰਨਾ ਸਿਸਟਮ ਮਾੜਾ ਕਿ ਬੰਦੇ ਦਾ ਵਜੂਦ ਹੀ ਖਤਮ ਹੋ ਜਾਂਦਾ। ਬੰਦਾ ਸੋਚਦਾ ਯਾਰ ਵੀ ਇਹ ਹੋਈ ਕੀ ਜਾ ਰਿਹਾ। ਉਹੀ ਮੇਰੇ ਨਾਲ ਹੋਇਆ। ਬਸ ਫਰਕ ਕੀ ਪਿਆ ਕਿ ਮੈਂ ਦੇਖਦਾ ਸੀ ਵੀ ਆਹ ਚੀਜ਼ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ, ਇਹ ਕਿਉਂ ਹੋ ਰਹੀ ਹੈ। ਹਰੇਕ ਜਗ੍ਹਾ ਦੇ ਉੱਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ। ਹਰੇਕ ਥਾਂ ਤੇ ਮਤਲਬ ਆਮ ਬੰਦੇ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਅਦਾਲਤਾਂ ਦੇ ਵਿੱਚ ਜੱਜ ਵਿਚਾਰੇ ਬੜੇ ਬੇਵਸ ਨਜ਼ਰ ਆਏ ਮੈਨੂੰ। ਤੇ ਜੇ ਤਾਂ ਕੋਈ ਆਮ ਬੰਦਾ ਹੁੰਦਾ ਤਾਂ ਸ਼ਾਇਦ ਉਹ ਵੀ ਇਸ ਚੀਜ਼ ਨੂੰ ਲੈਂਦਾ। ਪਰ ਮੈਨੂੰ ਲੱਗਿਆ ਵੀ ਇਹ ਚੀਜ਼, ਕਿਉਂਕਿ ਮੈਨੂੰ ਮੇਰੇ ਗੁਰੂ ਜੀ ਨੇ ਦੱਸਿਆ ਹੋਇਆ ਸੀ, ਅਮਰ ਸੂਫੀ ਜੀ ਨੇ, ਵੀ ਹਰੇਕ ਚੀਜ਼ ਨੂੰ ਤੁਸੀਂ ਵੱਖਰੇ ਢੰਗ ਨਾਲ ਦੇਖਣਾ, ਉਹਦੇ ਅੰਦਰ ਤੱਕ ਜਾਣਾ। ਉਹ ਚੀਜ਼ ਦੇ ਮੈਂ ਅੰਦਰ ਤੱਕ ਗਿਆ। 2 ਸਾਲ ਬਹੁਤ ਹੁੰਦੇ ਆ। ਤੁਹਾਨੂੰ ਮਾਨਸਿਕ ਟੈਨਸ਼ਨਾਂ ਵਾਸਤੇ ਜਿਹੜੀ ਹੁੰਦੀ ਆ, ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਆ ਉਹਦੇ ਵਿੱਚ। ਤੇ ਮੈਂ ਉਹਦੇ ਸਾਰਾ ਕੁਝ ਜਦੋਂ ਮੈਂ ਦੇਖਿਆ ਵੀ ਇੱਕ ਹੌਲਦਾਰ ਤੋਂ ਲੈ ਕੇ DGP ਤੱਕ ਕਿਤੇ ਵੀ ਕੋਈ ਨਿਆਂ ਨਹੀਂ ਹੈਗਾ। ਅਦਾਲਤਾਂ ਦੇ ਵਿੱਚ ਵੀ ਕੋਈ ਨਿਆਂ ਨਹੀਂ ਹੈਗਾ। ਵੱਡੇ ਆਪਣੇ ਚਲੋ ਵਿਭਾਗ ਆ ਜਿਹੜੇ, ਜਿਨ੍ਹਾਂ 'ਚ ਮੈਨੂੰ ਵਿਚਰਨਾ ਪਿਆ, ਜਿਨ੍ਹਾਂ 'ਚ ਮਾਲ ਵਿਭਾਗ ਖਾਸ ਤੌਰ 'ਤੇ ਮੈਂ ਕਹਿ ਸਕਦਾ, ਉਹਦੇ ਵਿੱਚ ਬਹੁਤ ਜ਼ਿਆਦਾ ਖਾਮੀਆਂ ਨੇ। ਇਹਨਾਂ ਖਾਮੀਆਂ ਨੂੰ ਚਲੋ ਮੇਰਾ ਜਦੋਂ ਝਗੜਾ ਨਿਬੜਿਆ, ਮੇਰੇ ਮਨ 'ਚ ਇੱਕ ਗੱਲ ਆਈ ਕਿ ਮੈਨੂੰ ਇਸ ਸਭ ਸਿਸਟਮ ਦੇ ਬਾਰੇ ਕੁਛ ਨਾ ਕੁਛ ਲਿਖਣਾ ਜ਼ਰੂਰ ਚਾਹੀਦਾ। ਫਿਰ ਉਹਦੇ 'ਚ 2 ਗੱਲਾਂ ਸੀ। ਇੱਕ ਤਾਂ ਇਹ ਸੀ ਕਿ ਮੈਂ ਕੋਈ ਹੋਰ ਪਾਤਰ ਬਣ ਕੇ ਲਿਖਾਂ, ਜਾਂ ਫਿਰ ਮੈਂ ਆਪਣੀ ਕਹਾਣੀ ਨੂੰ ਸਿੱਧੇ ਰੂਪ ਵਿੱਚ ਪੇਸ਼ ਕਰਾਂ। ਉਹਦੇ 'ਚ ਕੀ ਹੋਇਆ, ਫਿਰ ਮੇਰੇ ਮਨ 'ਚ ਆਇਆ ਵੀ ਮੈਂ ਤਾਂ ਵੱਡੇ ਪੁਲਿਸ ਦੇ ਅਧਿਕਾਰੀ ਆ ਜਿਹੜੇ ਮੈਨੂੰ ਤੰਗ ਪਰੇਸ਼ਾਨ ਕਰਦੇ ਰਹੇ ਸੀ, ਵੀ ਉਹਨਾਂ ਨੂੰ ਸਿੱਧਾ ਹੀ ਦੱਸਣਾ ਵੀ ਕੋਈ ਨਹੀਂ, ਮੈਂ ਲਿਖਤਾ ਤੁਹਾਡੇ ਬਾਰੇ। ਉਹਨਾਂ ਜਿਹੜੇ ਹੋਰ ਵੀ ਜਿੱਦਾਂ ਭ੍ਰਿਸ਼ਟ ਅਧਿਕਾਰੀ ਸੀਗੇ, ਛੋਟੇ ਤੋਂ ਵੱਡੇ, ਉਹਨਾਂ ਨੂੰ ਵੀ ਦੱਸਣਾ ਸੀ। ਫਿਰ ਮੈਂ ਉਹਦੇ ਵਿੱਚੋਂ ਪਹਿਲਾ ਨਾਵਲ ਮੇਰਾ ਨਿਕਲਿਆ ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ।
ਤੁਸੀਂ ਯਕੀਨ ਨਹੀਂ ਮੰਨਣਾ, ਉਹ ਹਜੇ ਸਿਪਾਹੀ ਅਧੀਨ ਸੀ ਤੇ ਉਹਨੂੰ ਅਮਰੀਕਾ ਦੇ ਇੱਕ ਪ੍ਰਸਿੱਧ ਅਖਬਾਰ ਨੇ ਉਹ ਕਹਿੰਦੇ ਵੀ ਅਸੀਂ ਇਹਨੂੰ ਛਾਪਣਾ ਚਾਹੁੰਦੇ ਹਾਂ। ਮੇਰੇ ਵਾਸਤੇ ਹੋਰ ਕੀ ਚਾਹੀਦਾ ਸੀ, ਮੈਨੂੰ ਤਾਂ ਯਕੀਨ ਨਹੀਂ ਸੀ ਆ ਰਿਹਾ ਵੀ ਮੇਰੇ ਵਰਗੇ ਬੰਦੇ ਦੀ ਲਿਖਤ ਅਮਰੀਕਾ ਦੇ ਵਿੱਚ ਛਪੂਗੀ। ਪੰਜਾਬੀ ਰਾਈਟਰ ਵੀਕਲੀ ਅਖਬਾਰ ਸੀ ਉਹ, ਤੇ ਮੈਨੂੰ ਬਹੁਤ ਖੁਸ਼ੀ ਹੋਈ ਉਸ ਚੀਜ਼ ਦੀ। ਤੇ ਇਸ ਤਰ੍ਹਾਂ ਦੀ ਖੁਸ਼ੀ ਸੀ ਜਿਵੇਂ ਕਹਿ ਲਓ ਵੀ ਕੋਈ ਬੱਚਾ ਗਰਭ ਦੇ ਵਿੱਚ ਹੈਗਾ ਤੇ ਉਹਨੂੰ ਰਾਜ ਭਾਗ ਮਿਲਣ ਵਾਲਾ। ਕਿਉਂਕਿ ਬਹੁਤ ਲੋਕ ਹੁੰਦੇ ਆ ਵੀ ਉਹ ਲਿਖਦੇ ਆ ਪਰ ਪੜ੍ਹਿਆ ਨਹੀਂ ਜਾਂਦਾ, ਪਰ ਮੇਰੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੋਈ ਵੀ ਮੈਂ ਜਿਹੜਾ 2 ਸਾਲ 2.5 ਸਾਲ ਦਾ ਸੰਤਾਪ ਹੰਢਾਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਨਾਵਲ ਮੈਂ 1 ਮਹੀਨੇ 'ਚ ਹੀ ਪੂਰਾ ਕਰ ਲਿਆ ਸੀ, ਉਹਨੂੰ ਪਾਠਕਾਂ ਦੇ ਪਿਆਰ ਦੇਣ ਤੋਂ ਪਹਿਲਾਂ ਹੀ ਜਿਹੜੀ ਬਹੁਤ ਵੱਡੀ ਮਾਨਤਾ ਮਿਲ ਗਈ। ਇਹ ਮੇਰੇ ਲਈ ਬੜੀ ਖੁਸ਼ਕਿਸਮਤੀ ਦੀ ਗੱਲ ਸੀ। ਤੇ ਉਹਦੇ ਵਿੱਚ ਕੀ ਹੋਇਆ, ਉਸ ਤੋਂ ਬਾਅਦ ਜਦੋਂ ਛਪ ਕੇ ਆਇਆ ਲੋਕਾਂ ਨੇ ਇੰਨਾ ਜ਼ਿਆਦਾ ਪਸੰਦ ਕੀਤਾ, ਹਜੇ ਤੱਕ ਵੀ ਮੈਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਆ, ਬਹੁਤ ਲੋਕੀ ਮਿਲਣ ਆਉਂਦੇ ਆ ਵੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ, ਅਸੀਂ ਦੇਖਣੇ ਚਾਹੁੰਦੇ ਉਹ ਸਾਰਾ ਸਿਸਟਮ ਜਾਂ ਉਹ ਜਗ੍ਹਾ ਦੇਖਣਾ ਚਾਹੁੰਦੇ ਜਿੱਥੇ ਇਹ ਸਾਰਾ ਕੁਝ ਵਾਪਰਿਆ। ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੈਂ ਆਪਣਾ ਦੁੱਖ ਝੱਲ ਕੇ ਇੱਕ ਸਿਸਟਮ ਨੂੰ ਦੱਸਦਾ ਵੀ ਭਾਈ ਤੁਹਾਡੇ 'ਚ ਖਾਮੀਆਂ ਨੇ। ਤੇ ਦੂਸਰਾ ਨਾਵਲ ਜਿਹੜਾ ਮੇਰਾ ਸੀ ਇੰਝ ਹੀ ਹੋਵੇਗਾ, ਇਹ ਮੇਰਾ ਬਹੁਤ ਚਿਰ ਪਹਿਲਾਂ ਸੋਚਿਆ ਹੋਇਆ ਸੀ ਵੀ ਇਹ ਜ਼ਰੂਰ ਲਿਖਣਾ ਹੈ, ਕਿਉਂਕਿ ਮੈਨੂੰ ਪਤਾ ਹੈ ਕਿਉਂਕਿ ਮਨ ਦੇ ਵਿੱਚ ਹਰੇਕ ਬੰਦੇ ਦੇ ਆਉਂਦਾ ਵੀ ਇਸ ਤੋਂ ਅੱਗੇ ਕੀ ਵਾਪਰੂਗਾ। ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ ਸਾਡੇ ਸਮਾਜ ਦੇ, ਦੇਸ਼ ਦੇ, ਉਹ ਬਹੁਤ ਜ਼ਿਆਦਾ ਮਾੜੇ ਨੇ। ਤੇ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਸ ਹਿਸਾਬ ਨਾਲ ਸਰਕਾਰਾਂ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕਰ ਰਹੀਆਂ ਨੇ ਤੇ ਉਹਨਾਂ ਦੇ ਉੱਤੇ ਆਰਥਿਕ ਬੋਝ ਬਹੁਤ ਜ਼ਿਆਦਾ ਪਾ ਰਹੀਆਂ ਨੇ, ਤਾਂ ਉਹਦਾ ਇੱਕ ਦਿਨ ਪਟਾਕਾ ਪੈਣਾ ਹੀ ਪੈਣਾ ਹੈ। ਕਿਉਂਕਿ ਅਸੀਂ ਕਿਸੇ ਚੀਜ਼ ਨੂੰ ਬਹੁਤ ਚਿਰ ਦਬਾ ਕੇ ਨਹੀਂ ਰੱਖ ਸਕਦੇ। ਸਰਕਾਰਾਂ ਨੂੰ ਸੰਭਲ ਜਾਣਾ ਚਾਹੀਦਾ ਹੈ, ਕਿਉਂਕਿ ਲੋਕ ਬਹੁਤ ਥੱਕ ਚੁੱਕੇ ਆ। ਉਹਨਾਂ ਕੋਲ ਰੁਜ਼ਗਾਰ ਖੋਲਿਆ, ਉਹਨਾਂ ਦੀ ਰੋਟੀ ਪਾਣੀ ਸਾਰਾ ਕੁਝ ਤਾਂ ਤੁਸੀਂ ਖੋਲਿਆ, ਤੇ ਜੇ ਹੁਣ ਤੁਸੀਂ ਹੋਰ ਉਹਨਾਂ ਦੇ ਉੱਤੇ ਬੋਝ ਪਾਈ ਜਾ ਰਹੇ ਹੋ ਤਾਂ ਵਿਦਰੋਹ ਹੋਊਗਾ ਹੀ। ਇਸ ਨਾਵਲ 'ਚ ਮੈਂ ਦੱਸਿਆ ਵੀ ਇੰਝ ਕਿਵੇਂ ਹੋਣਾ ਹੈ, ਇੰਝ ਹੋਵੇਗਾ। ਜਿਹੜਾ ਅੱਜ ਕਿਸਾਨ ਸੰਘਰਸ਼ ਉੱਠਿਆ ਸਾਰੇ ਦੇਸ਼ ਦੇ ਵਿੱਚ, ਮੈਨੂੰ ਕਿਸਾਨ ਸੰਘਰਸ਼ ਵੀ ਨਹੀਂ ਕਹਿੰਦਾ, ਲੋਕ ਸੰਘਰਸ਼ ਹੈ ਇਹ। ਜੇ ਇਹ ਇਸੇ ਕਰਕੇ ਉੱਠਿਆ ਕਿਉਂਕਿ ਸਰਕਾਰ ਬਹੁਤ ਜ਼ਿਆਦਾ ਗਲਤ ਨੀਤੀਆਂ ਤੇ ਚੱਲ ਰਹੀ ਹੈ ਤੇ ਸਰਕਾਰ ਨੂੰ ਹੁਣ ਸੰਭਲ ਜਾਣਾ ਚਾਹੀਦਾ ਹੈ। ਇਹ ਜਿਹੜਾ ਲੋਕ ਸੰਘਰਸ਼ ਹੈ, ਲੋਕ ਵਿਦਰੋਹ 'ਚ ਵੀ ਬਦਲ ਸਕਦਾ ਹੈ। ਜਦੋਂ ਲੋਕ ਵਿਦਰੋਹ ਉੱਠਦੇ ਹਨ ਉਦੋਂ ਸਰਕਾਰਾਂ ਸਰਕੂਰਾਂ ਸਭ ਖਤਮ ਹੋ ਜਾਂਦੀਆਂ, ਤੀਲੇ ਦੇ ਵਾਂਗ ਉੱਡ ਜਾਂਦੀਆਂ। ਇਸ ਕਰਕੇ ਸਰਕਾਰਾਂ ਨੂੰ ਹੁਣ ਸੰਭਲਣਾ ਚਾਹੀਦਾ ਹੈ। ਤੀਜਾ ਨਾਵਲ ਜਿਹੜਾ ਮੇਰਾ ਹੈ ਇਹ ਤਰੇੜਾਂ, ਇਹ ਇੱਕ ਵੱਖਰੇ ਵਿਸ਼ੇ ਤੇ ਹੈ। ਸਮਾਜ ਦੇ ਵਿੱਚ ਸਾਡੇ 2 ਵਰਗ ਨੇ, ਔਰਤ ਤੇ ਮਰਦ, ਦੋਵੇਂ ਬਰਾਬਰ ਨੇ, ਦੋਨਾਂ ਨੂੰ ਬਰਾਬਰ ਦੇ ਅਧਿਕਾਰ ਮਿਲੇ ਹੋਏ ਨੇ। ਪਰ ਮੈਂ ਜਦੋਂ ਕਚਹਿਰੀਆਂ ਦੇ ਵਿੱਚ ਜਾਂਦਾ ਸੀ ਮੈਂ ਦੇਖਿਆ ਕਿ ਉੱਥੇ ਇੱਕ ਪਾਸੜ ਗੱਲ ਹੁੰਦੀ ਹੈ। ਕਈ ਵਾਰੀ ਅਸੀਂ ਜਦੋਂ ਸਾਨੂੰ ਪਤਾ ਵੀ ਆ ਸਾਡੇ ਹੱਕ ਦੇ ਵਿੱਚ ਕਾਨੂੰਨ ਬਣਿਆ ਹੋਇਆ ਤਾਂ ਉਹਦਾ ਦੁਰਉਪਯੋਗ ਹੁੰਦਾ ਮੈਂ ਦੇਖਿਆ। ਬਹੁਤ ਕੇਸ ਮੈਂ ਉੱਥੇ ਦੇਖੇ ਅਦਾਲਤਾਂ ਦੇ ਵਿੱਚ ਜਿਹੜੇ ਕਿ ਤਲਾਕ ਦੇ ਨਾਲ ਸੰਬੰਧਿਤ ਸੀ। ਮੈਂ ਦੋਨਾਂ ਤਰ੍ਹਾਂ ਦੀਆਂ ਗੱਲਾਂ ਸੁਣਦਾ ਰਿਹਾ। ਮੈਂ ਉੱਥੇ ਮੁਨਸ਼ੀ ਦੇ ਤੌਰ ਤੇ ਵੀ ਕੰਮ ਕਰਕੇ ਦੇਖਿਆ ਤਾਂ ਕਿ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਸਕਾਂ। ਮੈਂ ਆਪਣੇ ਬਹੁਤ ਵਕੀਲ ਦੋਸਤਾਂ ਨੂੰ ਕਿਹਾ ਹੋਇਆ ਸੀ ਕਿ ਜਦੋਂ ਕੋਈ ਇਹੋ ਜਿਹੇ ਕੇਸ ਆਉਂਦੇ ਆ ਮੈਨੂੰ ਜ਼ਰੂਰ ਸੱਦਿਆ ਕਰੋ। ਉਹਦੇ ਨਾਲ ਕੀ ਹੋਇਆ, ਮੈਂ ਦੇਖਿਆ ਕਿ ਮੈਂ ਦਾਜ ਵਿਰੋਧੀ ਕਾਨੂੰਨ ਆ ਜਿਹੜਾ ਉਹਦਾ ਬਹੁਤ ਦੁਰਉਪਯੋਗ ਹੁੰਦਾ ਵੇਖਿਆ। ਉਸ ਨੇ ਸਭ ਤੋਂ ਜ਼ਿਆਦਾ ਤਰੇੜਾਂ ਪਾਈਆਂ ਹੋਈਆਂ ਸਾਡੇ ਸਮਾਜ ਦੇ ਵਿੱਚ। ਇਹਨੂੰ ਥੋੜ੍ਹਾ ਜਿਹਾ ਸੁਧਾਰਨ ਦੀ ਲੋੜ ਹੈ, ਕਿਉਂਕਿ ਜੇ ਔਰਤ ਤੇ ਮਰਦ ਬਰਾਬਰ ਆ ਤਾਂ ਉਹਨਾਂ ਦੇ ਅਧਿਕਾਰ ਵੀ ਬਰਾਬਰ ਚਾਹੀਦੇ ਆ। ਜੇ ਕੋਈ ਗਲਤ ਕੇਸ ਦਰਜ ਕਰਾਉਂਦੀ ਆ ਲੜਕੀ ਜਾਂ ਕੋਈ ਪੁਲਿਸ ਵਾਲਾ ਗਲਤ ਕੇਸ ਦਰਜ ਕਰਕੇ ਕਿਸੇ ਲੜਕੇ ਦੇ ਪਰਿਵਾਰ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰਦਾ ਤਾਂ ਉਹਦੇ ਉੱਤੇ ਵੀ ਕੋਈ ਚੈੱਕ ਹੋਣਾ ਚਾਹੀਦਾ। ਉਹਨੂੰ ਵੀ ਗਲਤ ਰਿਪੋਰਟਿੰਗ ਦੀ ਜਾਂ ਗਲਤ FIR ਦਰਜ ਕਰਵਾਉਣ ਤੇ ਕਰਨ ਵਾਲੇ ਦੀ
ਜਾਂਚ ਅਧਿਕਾਰੀ ਉਹਨਾਂ ਨੂੰ ਵੀ ਸਜ਼ਾ ਦਾ ਕੋਈ ਪ੍ਰਾਵਧਾਨ ਹੋਣਾ ਚਾਹੀਦਾ ਹੈ। ਅੱਛਾ ਕ੍ਰਿਸ਼ਨ ਪ੍ਰਤਾਪ ਜੀ, ਇੱਕ ਹੋਰ ਦੱਸੋ, ਜਿਵੇਂ ਅੱਜ ਤੁਸੀਂ ਦਹੇਜ ਦੇ ਵਿਰੋਧੀਆਂ ਦੇ ਬਰਖਲਾਫ ਤੁਸੀਂ ਇਹ ਜਿਹੜਾ ਜੋ ਵੀ ਲਿਖਿਆ ਆਪਣਾ ਅੱਜ ਕੱਲ੍ਹ ਜੋ ਚੱਲ ਰਿਹਾ ਸਮਾਜ ਦੇ ਵਿੱਚ, ਹੁਣ ਅੱਗੇ ਜਾ ਕੇ ਜਿਹੜਾ ਤੁਹਾਡਾ ਹੋਰ ਕੀ ਲਿਖਣ ਦਾ, ਜਿਵੇਂ ਸਮਾਜ 'ਚ ਬਹੁਤ ਤਰ੍ਹਾਂ ਦੀਆਂ ਕ੍ਰਿਤੀਆਂ ਨੇ, ਲੋਕ ਬੜੇ ਤੰਗ ਪਰੇਸ਼ਾਨ ਹੋ ਰਹੇ, ਇਸ ਸੰਬੰਧੀ ਤੁਸੀਂ ਤੁਹਾਡਾ ਕੀ ਅੱਗੇ ਉਪਰਾਲਾ ਰਹੇਗਾ ਔਰ ਉਹਦੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਸਰ, ਸਮਾਜ ਦੇ ਵਿੱਚ ਸਭ ਤੋਂ ਜਿਹੜੀ ਮੈਂ ਕਹਿੰਦਾ ਵੱਡੀ ਸਮੱਸਿਆ ਉਹ ਅੱਜ ਸਾਡੇ ਨੌਜਵਾਨ ਵਰਗ ਦੇ ਅੱਗੇ ਆ, ਬੇਰੁਜ਼ਗਾਰੀ ਦੀ ਸਮੱਸਿਆ। ਰੋਟੀ ਕੱਪੜਾ ਮਕਾਨ ਤਾਂ ਲਗਭਗ ਸਰਕਾਰ ਨੇ ਦੂਰ ਕਰ ਹੀ ਦਿੱਤਾ ਤੇ ਹੁਣ ਜਿਹੜੇ ਨੌਜਵਾਨ ਆ ਵਿਹਲੇ ਤੁਰੇ ਫਿਰ ਰਹੇ ਆ ਵਿਚਾਰੇ, ਉਹਨਾਂ ਨੂੰ ਕੁਝ ਦਿਸ ਨਹੀਂ ਰਿਹਾ, ਉਹ ਵਿਚਾਰੇ ਭਟਕਦੇ ਫਿਰਦੇ ਆ। ਤੇ ਇਹ ਭਟਕਣ ਆ ਜਿਹੜੀ ਇਹਦਾ ਨਤੀਜਾ ਜਿਹੜਾ ਅੱਜ ਕਿਸਾਨ ਸੰਘਰਸ਼ ਹੋ ਰਿਹਾ, ਮੇਰਾ ਵੀ ਇਹ ਵਿਸ਼ੇ ਰਹਿੰਦੇ ਆ ਕਿ ਮੈਂ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਉਣਾ। ਉਹ ਸਾਡੀਆਂ ਲੜਾਈਆਂ ਨੂੰ ਹੋਰ ਪਾਸੇ ਪਾਉਣ ਦੀ ਕੋਸ਼ਿਸ਼ ਕਰਦੇ ਆ, ਆਪਣੀਆਂ ਕਮੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਨੂੰ ਧਰਮ ਦੇ ਨਾਂ ਤੇ ਭੜਕਾ ਦਿਓ, ਇਹਨਾਂ ਨੂੰ ਜਾਤ ਦੇ ਨਾਂ ਤੇ ਭੜਕਾ ਦਿਓ। ਪਰ ਮੈਂ ਕੋਸ਼ਿਸ਼ ਕੀਤੀ ਆ ਵੀ ਇਹਨਾਂ ਚੀਜ਼ਾਂ ਨੂੰ ਆਪਣੀਆਂ ਲਿਖਤਾਂ ਦੇ ਵਿੱਚ ਸਾਹਮਣੇ ਲੈ ਕੇ ਆਵਾਂ ਲੋਕਾਂ ਦੇ। ਇਹਦੇ ਵਿੱਚ ਦੂਜਾ ਨਾਵਲ ਸੀ ਜਿਹੜਾ ਮੇਰਾ ਇੰਝ ਹੀ ਹੋਵੇਗਾ, ਇਹਦੇ ਵਿੱਚ ਜਾਤ ਪਾਤ ਦਾ ਕਾਫੀ ਮੈਂ ਲਿਆਂਦਾ ਵੀ ਉਹ ਜਾਤ ਪਾਤ ਨੂੰ ਕਿਵੇਂ ਵਰਤਿਆ ਗਿਆ। ਸਰਕਾਰਾਂ ਆਪਣੀਆਂ ਨਾਕਾਮੀਆਂ ਛੁਪਾਉਣ ਦੇ ਲਈ ਸਾਨੂੰ ਆਪਸ ਵਿੱਚ ਲੜਾ ਦਿੰਦੀਆਂ ਤੇ ਉਸ ਕਰਕੇ ਮੈਂ ਕੋਸ਼ਿਸ਼ ਕੀਤੀ ਆ ਕਿ ਇਹ ਸਾਰੀਆਂ ਜਿੰਨੀਆਂ ਚੀਜ਼ਾਂ ਮੇਰੇ ਸਮਝ 'ਚ ਆ ਰਹੀਆਂ, ਕਿਉਂਕਿ ਹਰੇਕ ਬੰਦਾ ਤਾਂ ਪੂਰਾ ਪਰਫੈਕਟ ਨਹੀਂ ਹੁੰਦਾ, ਮੁਕੰਮਲ ਨਹੀਂ ਹੁੰਦਾ, ਮੈਨੂੰ ਜਿੱਥੋਂ ਤੱਕ ਸਮਝ ਪੈਂਦੀ ਆ ਵੀ ਸਰਕਾਰ ਕਿੱਥੇ ਕਿੱਥੇ ਗਲਤ ਕਰਦੀ ਆ, ਤਾਂ ਮੈਂ ਕੋਸ਼ਿਸ਼ ਕਰਦਾ ਵੀ ਉਹਨੂੰ ਉਹਦਾ ਵਿਸ਼ਾ ਜ਼ਰੂਰ ਬਣਾਵਾਂ ਲਿਖਤ ਦਾ, ਚਾਹੇ ਉਹ ਛੋਟੇ ਆਰਟੀਕਲ ਦੇ ਰੂਪ ਵਿੱਚ ਹੋਵੇ, ਕਹਾਣੀ ਦੇ ਵਿੱਚ ਹੋਵੇ ਜਾਂ ਫਿਰ ਨਾਵਲ ਦੇ ਰੂਪ ਵਿੱਚ ਹੋਵੇ। ਇੱਕ ਮੈਨੂੰ ਹੋਰ ਦੱਸੋ, ਜਿਵੇਂ ਅੱਜ ਤੁਹਾਡਾ ਜੋ ਸਰੋਤਿਆਂ ਨੇ ਜਾਂ ਤੁਹਾਡੀ ਲਿਖਤ ਨੂੰ ਦੇਖਿਆ ਪੜ੍ਹਿਆ, ਉਹਦੇ ਸਮਝ ਤੁਹਾਡਾ ਕੀ ਮੈਸੇਜ ਰਹੇਗਾ ਔਰ ਤੁਸੀਂ ਜਿਹੜੇ ਬੰਦੇ ਤੁਹਾਡੇ ਸਹਿਯੋਗੀ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਔਰ ਉਹਦਾ ਮੈਨੂੰ? ਸਰ, ਮੈਨੂੰ ਮੇਰੇ ਜਿਹੜੇ ਪਾਠਕ ਆ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ। ਤੁਸੀਂ ਯਕੀਨ ਨਹੀਂ ਮੰਨ ਸਕਦੇ ਵੀ ਇੰਨਾ ਜ਼ਿਆਦਾ ਪਿਆਰ ਮੈਨੂੰ ਵੀ ਆਸ ਨਹੀਂ ਸੀ। ਪਰ ਇੱਕ ਕੋਸ਼ਿਸ਼ ਮੈਂ ਕਰਦਾ ਵੀ ਮੈਂ ਮਿਹਨਤ ਕਰਦਾ ਇਹਨਾਂ ਚੀਜ਼ਾਂ ਤੇ। ਮੇਰਾ ਸਾਰਾ ਦਿਨ ਜਾਂ ਕਹਿ ਲਓ ਸਾਰਾ ਦਿਨ ਔਰ ਰਾਤ ਕਈ ਵਾਰ ਸੁਪਨੇ ਵੀ ਉਸ ਚੀਜ਼ ਦੇ ਹੀ ਆਉਂਦੇ ਆ ਵੀ ਮੈਂ ਕਿਵੇਂ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣਾ। ਜੇ ਨਾਵਲ ਲਿਖ ਰਿਹਾ ਤਾਂ ਜਿਹੜੇ ਪਾਤਰ ਆ ਮੇਰੇ ਸੁਪਨੇ ਦੇ ਵਿੱਚ ਆਉਂਦੇ ਆ ਤੇ ਉਹ ਫਿਰ ਮੈਂ ਉਵੇਂ ਉਹਨਾਂ ਨੂੰ ਮੈਂ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਤੇ ਪਾਠਕ ਵੀ ਪਸੰਦ ਕਰਦੇ ਆ। ਤੇ ਮੇਰੇ ਜਿਹੜੇ ਸਹਿਯੋਗੀ ਆ, ਸਾਥੀ ਆ, ਬਹੁਤ ਵਧੀਆ ਨੇ। ਜਿਵੇਂ ਮੈਂ ਤੁਹਾਨੂੰ ਦੱਸ ਦੇਵਾਂ, ਅਮਰ ਸੂਫੀ ਜੀ ਨੇ, ਉਹ ਮੈਨੂੰ ਬਹੁਤ ਸਹਿਯੋਗ ਦਿੰਦੇ ਆ ਤਿੰਨਾਂ ਨਾਵਲਾਂ ਦੇ ਵਿੱਚ, ਮੇਰੇ ਆਰਟੀਕਲਾਂ ਦੇ ਵਿੱਚ। ਉਹਨਾਂ ਨੇ, ਉਹ ਮੇਰੇ ਗੁਰੂ ਆ ਕਹਿ ਲਓ। ਤੇ ਨਹੀਂ ਤਾਂ ਮੈਂ ਵੀ ਛੋਟੀ ਮੋਟੇ ਕੋਈ ਲਿਖ ਕੇ ਹਟ ਜਾਣਾ ਸੀਗਾ, ਸ਼ਾਇਦ ਇੱਕ ਨਾਵਲ ਲਿਖ ਕੇ ਹਟ ਜਾਂਦਾ, ਪਰ ਉਹਨਾਂ ਨੇ ਮੈਨੂੰ ਉਤਸ਼ਾਹ ਦੇ ਰੱਖਿਆ ਕਿ ਲਿਖ, ਹੋਰ ਲਿਖ, ਹੋਰ ਲਿਖ। ਫਿਰ ਉਹ ਮੈਨੂੰ ਮਤਲਬ ਉਤਸ਼ਾਹ ਮਿਲਦਾ ਇਸ ਚੀਜ਼ ਨਾਲ। ਗੁਰਮੀਤ ਕੜਿਆਲਵੀ ਜੀ ਆ, ਮੇਰੇ ਬਹੁਤ ਪਿਆਰੇ ਵੀਰ ਜੀ ਆ, ਸਰਾਮ ਵਾਲੀ ਜੀ ਨੇ, ਬਲਦੇਵ ਸਿੰਘ ਸ਼ੜਕਨਾਮਾ ਜੀ ਨੇ, KL ਗਰਗ ਜੀ ਨੇ, ਉਹ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ। ਮੈਨੂੰ ਦੱਸ ਵੀ ਦਿੰਦੇ ਆ ਵੀ ਤੇਰੀਆਂ ਇੱਥੇ ਗਲਤੀਆਂ ਸੀ, ਤੂੰ ਆਹ ਠੀਕ ਕਰ ਲਾ। ਕਿਉਂਕਿ ਖਰੜਾ ਮੈਂ ਇਹਨਾਂ ਨੂੰ ਪੜ੍ਹਾਉਂਦਾ, ਜਿਹੜੀ ਵੀ ਨਾਵਲ ਦਾ ਖਰੜਾ ਮੈਂ ਉਹਨਾਂ ਨੂੰ ਪੜ੍ਹਾਉਣਾ, ਫਿਰ ਮੈਨੂੰ ਦੱਸ ਦਿੰਦੇ ਆ। ਬਸ ਮੇਰੀ ਕੀ ਆ ਵੀ ਮੈਂ ਕਾਹਲ ਨਹੀਂ ਕਰਦਾ, ਉਹਦੇ ਵਿੱਚ ਸਹਿਜ ਦੇ ਨਾਲ ਚੱਲਦਾ। ਜਦੋਂ ਵੀ ਕੋਈ ਲਿਖਤ ਮੈਂ ਲਿਖਦਾ ਤਾਂ ਉਹਦੇ ਵਿੱਚ ਮੈਂ ਵੀ ਇਹ ਨਹੀਂ ਹੈਗਾ ਵੀ ਮੈਂ ਇਸ ਮਹੀਨੇ ਦੇ ਵਿੱਚ ਜਾਂ 15 ਦਿਨਾਂ 'ਚ 20 ਦਿਨਾਂ ਦੇ ਵਿੱਚ ਮੈਂ ਕਰਨੀ ਆ। ਨਹੀਂ, ਮੈਂ ਉਹਦੇ 'ਤੇ ਹੋਰ ਵਰਕਆਊਟ ਕਰ ਹੀ ਜਾਂਦਾ ਰਹਿੰਦਾ। ਉਹਨੇ ਹੋਰ ਸੋਚ ਲਈਦਾ, ਵਾਕ ਦੇਖੀਦਾ ਵੀ ਕਿਤੇ ਗਲਤ ਤਾਂ ਨਹੀਂ ਹੈ। ਫਿਰ ਉਹਦੀ ਵਾਕ ਬਣਤਰ ਸਾਰਾ ਕੁਛ ਮੈਂ ਕਹਿੰਦਾ ਅੱਖਰ ਅੱਖਰ ਤੱਕ, ਕੌਮੇ ਬਿੰਦੀ ਤੱਕ ਵੀ ਕੋਸ਼ਿਸ਼ ਕਰੀਦੀ ਵੀ ਕੋਈ ਗਲਤੀ ਨਾ ਰਹੇ। ਇਸ ਕਰਕੇ ਮੈਂ ਆਪਣੇ ਜਿਹੜੇ ਸਹਿਯੋਗੀ ਸੱਜਣ ਆ, ਮੇਰੇ ਦੋਸਤ ਮਿੱਤਰ ਆ, ਉਹ ਬਹੁਤ ਸਹਿਯੋਗ ਦੇ ਰਹੇ ਸਾਰੇ ਹੀ, ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਵੀ ਹਾਂ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਚੰਗੇ ਸਾਹਿਤ ਦੇ ਨਾਲ ਜੁੜਨਾ ਚਾਹੀਦਾ। ਕਿਤਾਬਾਂ ਜਿਹੜੀਆਂ ਉਹ ਸਾਡਾ ਜੀਵਨ ਬਦਲ ਦਿੰਦੀਆਂ। ਜਿਹੜਾ ਬੰਦਾ ਕਿਤਾਬਾਂ ਪੜ੍ਹਦਾ ਉਹਦੇ ਮਨ 'ਚ ਕਦੇ ਲਾਲਚ ਨਹੀਂ ਆਉਂਦਾ। ਉਹ ਜਾਨੀ ਕਿ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਦੁਨੀਆ ਦੇ ਉੱਤੇ ਅਸਲ ਗਿਆਨ, ਅਸਲ ਚੀਜ਼ ਕੀ ਆ। ਅਸਲ ਚੀਜ਼ ਗਿਆਨ ਹੁੰਦੀ ਆ। ਸਾਡਾ ਜੇ ਨਜ਼ਰੀਆ ਬਦਲ ਜਾਵੇ, ਉਹ ਕੌਣ ਬਦਲਦਾ? ਕਿਤਾਬਾਂ ਬਦਲਦੀਆਂ। ਜੇ ਕਿਤਾਬਾਂ ਨਹੀਂ ਪੜ੍ਹਦੇ ਅਸੀਂ ਤਾਂ ਸਮਝ ਲਓ ਅਸੀਂ ਪਸ਼ੂ ਦੇ ਸਮਾਨ ਆ। ਤੇ ਸਾਨੂੰ ਵੱਧ ਤੋਂ ਵੱਧ ਸਾਹਿਤ ਪੜ੍ਹਨਾ ਚਾਹੀਦਾ। ਕੋਸ਼ਿਸ਼ ਕਰੋ
ਭਲਾ ਦੀ ਤੁਸੀਂ ਅਖਬਾਰ ਪੜ੍ਹੋ, ਰੋਜ਼ ਪੜ੍ਹੋ, ਪਰ ਪੜ੍ਹੋ ਜ਼ਰੂਰ। ਪੜ੍ਹ ਕੇ ਉਹਨੂੰ ਛੱਡਣਾ ਨਹੀਂ, ਉਹਦੇ ਤੇ ਸੋਚੋ। ਕੋਈ ਵੀ ਤੁਸੀਂ ਘਟਨਾ ਪੜ੍ਹਦੇ ਹੋ ਅਖਬਾਰ ਦੇ ਵਿੱਚ, ਕੋਈ ਖਬਰ ਪੜ੍ਹਦੇ ਹੋ ਤੇ ਉਹਦੇ ਮਗਰ ਸੋਚੋ ਵੀ ਇਹਦਾ ਕਾਰਨ ਕੀ ਆ। ਫਰਜ਼ ਕਰ ਲਓ, ਛੋਟੀ ਜਿਹੀ ਉਦਾਹਰਨ ਦਿੰਦਾ, ਪਿਓ ਪੁੱਤ ਨੇ ਕਤਲ ਕਰ ਦਿੰਦੇ, ਕਈ ਵਾਰੀ ਘਰਾਂ ਦੇ ਵਿੱਚ ਕਤਲ ਹੋ ਜਾਂਦੇ ਆਪਣੇ ਆਮ ਤੌਰ ਤੇ। ਉਹਦਾ ਕਾਰਨ ਆਪਾਂ ਖਬਰ ਪੜ੍ਹ ਲਈ ਛੱਡ ਦਿੰਦੇ ਆ, ਪਰ ਆਪਾਂ ਉਹਦਾ ਕਾਰਨ ਨਹੀਂ ਲੱਭਦੇ। ਜੇ ਆਪਾਂ ਕਾਰਨ ਲੱਭੀਏ ਤਾਂ ਕੀ ਕਾਰਨ ਆ ਵੀ ਜਾਇਦਾਦ ਪਿੱਛੇ ਝਗੜਾ ਕਿਉਂ ਹੋਇਆ ਤੇ ਉਹ ਕਿਉਂ ਲੜੇ। ਜੇ ਆਪਾਂ ਉਹਦੇ ਪਿੱਛੇ ਜਾਵਾਂਗੇ, ਉਹਦੇ 'ਚ ਕਾਰਨ, ਆਰਥਿਕ ਕਾਰਨਾਂ 'ਚ ਜਾਵਾਂਗੇ, ਤਾਂ ਸਾਨੂੰ ਲੱਭਦਾ ਵੀ ਉਹ ਜੇ ਬੱਚੇ ਨੇ ਪਿਓ ਨੂੰ ਮਾਰਿਆ ਤਾਂ ਉਹਦੇ ਵਿੱਚ ਕਾਰਨ ਇਹ ਲੱਭੂਗਾ ਵੀ ਉਹਦੇ ਕੋਲੇ ਉਹਨੂੰ ਦਿਸ ਨਹੀਂ ਰਿਹਾ, ਉਹਨੂੰ ਆਪਦਾ ਭਵਿੱਖ ਹਨੇਰਾ ਦਿਸ ਰਿਹਾ। ਉਹਦੇ ਕੋਲੇ ਉਹਨੂੰ ਦਿਸ ਰਿਹਾ ਵੀ ਮੈਂ ਅੱਗੇ ਰੋਟੀ ਕਿਵੇਂ ਖਵਾਊਂਗਾ, ਪਰ ਉਹਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਕਰਾਂ। ਉਹਨੂੰ ਇਹੀ ਲੱਗ ਰਿਹਾ ਮੇਰਾ ਪਿਓ ਮੇਰਾ ਦੁਸ਼ਮਣ ਬਣ ਗਿਆ। ਪਰ ਅਸਲ ਦੇ ਵਿੱਚ ਪਿਓ ਦੁਸ਼ਮਣ ਨਹੀਂ ਹੈਗਾ। ਅਸਲ ਦੇ ਵਿੱਚ ਜਿਹੜਾ ਸਾਡਾ ਸਿਸਟਮ ਆ ਉਹ ਉਹਦਾ ਦੁਸ਼ਮਣ ਆ। ਜੇ ਸਾਡਾ ਸਿਸਟਮ ਸਾਨੂੰ ਮਤਲਬ ਸਿਕਿਉਰਿਟੀ ਦੇਵੇ, ਸੁਰੱਖਿਆ ਦੇਵੇ ਸਾਡੇ ਬੱਚਿਆਂ ਨੂੰ, ਉਹ ਕਦੇ ਵੀ ਅਜਿਹਾ ਨਹੀਂ ਸੋਚਣਗੇ। ਮੈਂ ਇਹ ਕਹਿੰਦਾ ਹੁੰਦਾ ਵੀ ਜੇ ਸਾਡੇ ਬੱਚਿਆਂ ਨੂੰ ਫ੍ਰੀ ਵਿੱਦਿਆ ਤੇ ਉਹਨਾਂ ਨੂੰ ਰੁਜ਼ਗਾਰ ਦਾ ਪ੍ਰਬੰਧ ਹੋਵੇ, ਇੱਕ ਸਿਹਤ ਸਹੂਲਤਾਂ ਹੋਣ, ਤਾਂ ਮੇਰੇ ਖਿਆਲ ਮੁਤਾਬਕ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਅਪਰਾਧ ਘਟ ਜਾਣਗੇ। ਕਿਉਂਕਿ ਅਸੀਂ ਪੈਸੇ ਕਿਉਂ ਜੋੜਦੇ ਹਾਂ, ਸਾਡਾ ਫਿਕਰ ਕੀ ਹੁੰਦਾ ਵੀ ਅਸੀਂ ਬੱਚਿਆਂ ਨੂੰ ਵਿੱਦਿਆ ਕਿਵੇਂ ਦੇਵਾਂਗੇ, ਅਸੀਂ ਉਹਨਾਂ ਦਾ ਰੁਜ਼ਗਾਰ ਦਾ ਕੀ ਕਰਾਂਗੇ। ਅਸੀਂ ਬੁਢਾਪੇ ਦੇ ਵਿੱਚ ਚਲੇ ਗਏ, ਬਿਮਾਰ ਹੋ ਗਏ, ਸਾਨੂੰ ਸਾਂਭੇਗਾ ਕੌਣ। ਜੇ ਇਹ 3-4 ਸਮੱਸਿਆਵਾਂ ਸਰਕਾਰ ਹੱਲ ਕਰੇ ਤਾਂ ਅਸੀਂ ਇਹ ਸਾਰਾ ਕੁਝ ਸੋਚਣਾ ਬੰਦ ਕਰ ਦਿਆਂਗੇ, ਸਾਡੇ ਫਿਕਰ ਖਤਮ ਹੋ ਜਾਣਗੇ। ਪਰ ਸਰਕਾਰ ਕੀ ਹੈ, ਸਾਰਾ ਕੁਝ ਸਾਡੇ ਤੋਂ ਖੋਹ ਰਹੀ ਹੈ। ਤੇ ਇਸ ਕਰਕੇ ਮੈਂ ਸਾਰੇ ਪਾਠਕਾਂ ਨੂੰ, ਦੋਸਤਾਂ ਨੂੰ, ਮਿੱਤਰਾਂ ਨੂੰ, ਜਿੰਨੇ ਵੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਪੜ੍ਹੋ ਤੇ ਉਹਦੀ ਪਿੱਠ ਭੂਮੀ ਤੱਕ ਜਾਣ ਦੀ ਕੋਸ਼ਿਸ਼ ਕਰੋ ਵੀ ਇਹ ਸਭ ਕੁਝ ਕਿਉਂ ਵਾਪਰ ਰਿਹਾ ਹੈ। ਤੇ ਅੰਤ ਵਿੱਚ ਮੈਂ ਆਪਣੇ ਪਰਿਵਾਰ ਦਾ ਵੀ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਮੈਨੂੰ। ਤੇ ਮੈਂ ਚੈਨਲ 7+ TV ਚੈਨਲ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਰਿਕਾਰਡ ਕਰਕੇ ਲੋਕਾਂ ਦੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ। ਤੇ ਮੈਂ ਅੰਤ ਵਿੱਚ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ।